पंजवां। सगल समगरी मोहे व्यापी, कब ऊँचे कब नीचे। सुध ना होइए काहू जतना, ओढ़क को ना पहुँचे। मेरे मान साध शरण छुटकारा, बिन गुर पूरे जन्म मरण ना रही। फिर आवत बारू बारा रहा। ओ जो भरम भुलावा कहियत, तिन मैं उर्जियो सगल संसारा। पूरन भगत पुरख स्वामी का, सर्ब थोक ते न्यारा। निंदा नाही काहू बातै, एह खसम का किया। जा कौ कृपा करी प्रभ मेरा, मिल साध संगत नाम लिया। पार ब्रह्म परमेश्वर सतगुर, सबना करते उधारा। कहो नानक गुर बिन नहीं तरियै, ए पूरन तत विचारा। कहो नानक गुर बिन नहीं तरियै, ए पूरन तत विचारा। वाहिगुरु जी का खालसा, वाहिगुरु जी की फतेह। धन धन ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪਾਵਨ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਪਾਵਨ ਸ਼ਬਦ ਸੋਰਠ ਰਾਗਣੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 610 ਤੋਂ ਆਰੰਭ ਹੋ ਕੇ 611 ਤੇ ਸੰਪੂਰਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਰਹਿਮਤ ਕਰਦੇ ਨੇ। ਆਓ ਆਪਾਂ ਸਰਵਣ ਕਰਦੇ ਹਾਂ। ਸਗਲ ਸਮਗਰੀ ਮੋਹਿ ਵਿਆਪੀ, ਕਬ ਊਚੇ ਕਬ ਨੀਚੇ। ਸਭਨਾਂ ਨੂੰ ਮੋਹ ਵਿਆਪ ਰਿਹਾ ਹੈ, ਮਹਾਰਾਜ ਜੀ ਕਹਿੰਦੇ ਨੇ। ਸੋ ਮਾਨਸਿਕ ਅਵਸਥਾ ਜਿਹੜੀ ਕਿਸੇ ਦੀ ਕਦੀ ਉੱਚੀ ਚੱਲ ਜਾਂਦੀ ਹੈ, ਕਦੇ ਨੀਵੀਂ ਹੋ ਜਾਂਦੀ ਹੈ। ਮੋਹ ਸਾਰਿਆਂ ਨੂੰ ਵਿਆਪ ਰਿਹਾ ਹੈ। ਕਦੀ ਕੋਈ ਅਮੀਰ ਹੋ ਗਿਆ, ਕਦੀ ਕੋਈ ਗਰੀਬ ਹੋ ਗਿਆ। ਕਬ ਉੱਚੇ ਕਬ ਨੀਚੇ। ਮਾਨਸਿਕ ਅਵਸਥਾ ਕਰਕੇ ਵੀ ਕਹਿ ਸਕਦੇ ਹਾਂ, ਅਮੀਰੀ ਗਰੀਬੀ ਵਾਸਤੇ ਵੀ ਕਹਿ ਸਕਦੇ ਹਾਂ। ਮੋਹ ਸਾਰਿਆਂ ਨੂੰ ਵਿਆਪ ਰਿਹਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਹੁਣ ਜਿਹੜਾ ਮੋਹ 'ਚ ਫਸ ਗਿਆ ਉਹ ਨੀਵਾਂ ਹੋ ਗਿਆ, ਜਿਹੜਾ ਮੋਹ ਤੋਂ ਉੱਪਰ ਹੋ ਗਿਆ ਉਹ ਉੱਚਾ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ। 8 ਪਹਿਰਾਂ ਦੇ ਵਿੱਚ ਇਹ ਸਿਸਟਮ ਵੀ ਬਦਲਦਾ ਹੈ। ਇਹ ਹਰ ਵਕਤ ਬੰਦਾ ਮੋਹ ਵਿੱਚ ਥੋੜ੍ਹੀ ਰਹਿੰਦਾ ਹੈ, ਹਰ ਵਕਤ 'ਚ ਨਹੀਂ ਮੋਹ 'ਚ ਰਹਿੰਦਾ ਹੈ। ਕਦੀ ਮੋਹ ਤੋਂ ਉਪਰਾਮ ਹੋ ਜਾਂਦਾ ਹੈ। ਜਦੋਂ ਇਹ ਮੋਹ ਤੋਂ ਉਪਰਾਮ ਹੋਇਆ ਅਤੇ ਨਿਰੰਕਾਰ ਦੇ ਨਾਲ ਸੁਰਤੀ ਜੁੜ ਜਾਂਦੀ ਹੈ। ਬਾਣੀ 'ਚੋਂ ਆਨੰਦ ਆਉਂਦਾ, ਵਾਹਿਗੁਰੂ ਕਹਿਣ ਨੂੰ ਦਿਲ ਕਰਦਾ ਹੈ। ਸੋ ਇੱਦਾਂ ਦਾ ਸਮਾਂ 8 ਪਹਿਰਾਂ 'ਚ ਆਉਂਦਾ ਹੈ ਵੀ ਸੰਸਾਰ ਸਾਰਾ ਨਾਸ਼ਵੰਤ ਲੱਗਦਾ, ਪਰਿਵਾਰ ਸਾਰਾ ਸੋ ਇਹਨਾਂ ਦਾ ਪਿਆਰ ਵੀ ਝੂਠਾ ਲੱਗਦਾ। ਅਤੇ ਇਹੋ ਜਿਹਾ ਸਮਾਂ ਆ ਜਾਂਦਾ ਜਦੋਂ ਇੱਦਾਂ ਮੋਹ ਤੋਂ ਉੱਪਰ ਉੱਠਦਾ ਨਾ, ਉਦੋਂ ਬਿਰਤੀ ਦੀ ਉੱਚੀ ਚੜ੍ਹ ਜਾਂਦੀ ਆ। ਜਦੋਂ ਮੋਹ ਦੇ ਵਿੱਚ ਫਸਿਆ ਹੁੰਦਾ ਉਦੋਂ ਬਿਰਤੀ ਡਿੱਗ ਜਾਂਦੀ ਹੈ। ਕਬ ਉੱਚਾ ਕਬ ਨੀਚਾ ਕਹਿੰਦੇ। ਸਗਲ ਸਮੱਗਰੀ
ਮੋਹ ਵਿਆਪੀ, ਸਾਰੇ ਪਦਾਰਥਾਂ ਵਿੱਚ ਇਹਦਾ ਮੋਹ ਹੈ, ਸਾਰੇ ਪਦਾਰਥਾਂ ਦੇ ਵਿੱਚ ਇਹਦਾ ਮੋਹ ਪਿਆ ਹੋਇਆ ਹੈ। ਸੁਧ ਨਾ ਹੋਈਐ ਕਾਹੂ ਜਤਨ, ਓੜਕ ਕੋ ਨਾ ਪਹੁੰਚੇ। ਜਿੰਨੇ ਮਰਜ਼ੀ ਇਹ ਯਤਨ ਕਰ ਲਵੇ ਪਵਿੱਤਰ ਨਹੀਂ ਹੁੰਦਾ, ਮੈਲਾ ਹੀ ਰਹਿੰਦਾ। ਅੰਤ ਇਹਦਾ ਕੀ ਆ? ਓੜਕ ਹੁੰਦਾ ਅੰਤ, ਕੋ ਨਾ ਪਹੁੰਚੈ, ਉਹਦੇ 'ਤੇ ਕੋਈ ਪਹੁੰਚ ਹੀ ਨਹੀਂ ਸਕਦਾ, ਰਾਸਤੇ 'ਚ ਹੀ ਰਹਿ ਜਾਂਦੇ ਆ। ਪੁਰੀਆਂ 'ਚ ਕੋਈ ਅਟਕ ਗਏ, ਕੋਈ ਸਵਰਗ ਵਿੱਚ ਜਾ ਵੜੇ, ਕੋਈ ਨਰਕਾਂ ਦੇ ਭਾਗੀ ਹੋ ਗਏ, ਕੋਈ ਵਿਰਲਾ ਹੁੰਦਾ ਜਿਹੜਾ ਫਿਰ ਦਰਗਾਹ 'ਤੇ ਪਹੁੰਚਦਾ। ਓੜਕ ਕੋ ਨਾ ਪਹੁੰਚੇ, ਸ਼ੁੱਧ ਨਾ ਹੋਈਐ ਕਾਹੂ ਜਤਨਾ। ਸ਼ੁੱਧ ਹੋਵਾਂਗੇ ਤਦ ਹੀ ਉੱਥੇ ਪਹੁੰਚਾਂਗੇ, ਤਨ ਕਰਕੇ ਮਨ ਕਰਕੇ ਨਿਰਮਲ ਹੋਵਾਂਗੇ। ਇਹ ਤਾਂ ਮੋਹ ਦੀ ਮੈਲ ਦੇ ਨਾਲ ਮੈਲਾ ਹੋਇਆ ਪਿਆ। ਹੁਣ ਮੋਹ ਦੀ ਮੈਲ ਲੱਥੂ ਤਾਂ ਸ਼ੁੱਧ ਹੋਊ, ਸ਼ੁੱਧ ਹੋਊ ਤਾਂ ਤਦੀ ਦਰਗਾਹ ਨੂੰ ਜਾਊ। ਸ਼ੁੱਧ ਤਾਂ ਹੁੰਦਾ ਹੀ ਨਹੀਂ, ਮੈਲ ਦਾ ਨਾਲ ਭਰਿਆ ਹੋਇਆ। ਮੇਰੇ ਮਨ ਸਾਧ ਸ਼ਰਨ ਛੁਟਕਾਰਾ, ਮਨ ਨੂੰ ਸਮਝਾਇਆ ਪਿਓ ਮਨਾ, ਇਸ ਮੋਹ ਦੀ ਮੈਲ ਤੋਂ ਜਿਹੜਾ ਛੁਟਕਾਰਾ ਆ ਉਹ ਸਾਧ ਸੰਗਤ ਵਿੱਚ ਆ ਕੇ ਹੁੰਦਾ। ਸਾਧ ਸੰਗਤ ਤੋਂ ਬਿਨਾਂ ਇਹ ਮੋਹ ਦੀ ਮੈਲ ਤੋਂ ਛੁਟਕਾਰਾ ਨਹੀਂ ਹੋ ਸਕਦਾ। ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ, ਫਿਰ ਆਵਤ ਬਾਰੂ ਬਾਰਾ। ਪੂਰੇ ਗੁਰੂ ਤੋਂ ਬਿਨਾਂ ਜੰਮਣਾ ਮਰਨਾ ਕਟਿਆ ਨਹੀਂ ਜਾ ਸਕਦਾ, ਜਿਸ ਕਰਕੇ ਵਾਰ ਵਾਰ ਆਉਂਦਾ ਵਾਰ ਵਾਰ ਜਾਂਦਾ, ਕਿਤੇ ਜੰਮਦਾ ਕਿਤੇ ਮਰਦਾ। ਪੂਰੇ ਸਤਿਗੁਰੂ ਕੌਣ ਹੁੰਦੇ ਨੇ? ਕਹਿੰਦੇ ਜਿਹੜੇ ਪੰਜਾਂ ਨੂੰ ਵੱਸ ਵਿੱਚ ਕਰ ਲੈਂਦੇ ਨੇ। ਜਿਨ ਮਿਲ ਮਾਰੇ ਪੰਜ ਸੂਰਬੀਰ, ਸੋ ਪੂਰਾ ਇਹ ਕਲੀ ਰਹੇ। ਪੰਜਾਂ ਨੂੰ ਮਾਰਿਆ ਜਿਨ੍ਹਾਂ ਨੇ, ਪੰਜਾਂ ਨੂੰ ਵੱਸ ਵਿੱਚ ਕੀਤਾ ਹੈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੰਜ ਨਹੀਂ ਵਿਆਪ ਸਕਦੇ। ਨਾ ਕ੍ਰੋਧ ਆਵੇ, ਨਾ ਮੋਹ, ਨਾ ਕਾਮ, ਨਾ ਲੋਭ, ਨਾ ਹੰਕਾਰ। ਉਲਟਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਲੈ ਕੇ ਪਤਾ ਨਹੀਂ ਕਿੰਨੇ ਪੰਜਾਂ ਤੋਂ ਖਹਿੜਾ ਛਡਾ ਲਿਆ। ਉਪਦੇਸ਼ ਸਭਨਾਂ ਨੂੰ ਕਰਦੇ ਨੇ ਮਹਾਰਾਜ, ਢੰਗ ਤਰੀਕਾ ਸਭਨਾਂ ਨੂੰ ਦੱਸਦੇ ਨੇ ਵੀ ਇੰਝ ਪੰਜਾਂ ਤੋਂ ਬਚਿਆ ਜਾ ਸਕਦਾ। ਪੰਜਾਂ ਤੋਂ ਛਡਾਉਂਦੇ ਨੇ ਅਤੇ ਸਤਿਗੁਰੂ ਜੀ ਨੂੰ ਪੰਜ ਵਿਆਪ ਨਹੀਂ ਸਕਦੇ। ਇਸ ਕਰਕੇ ਪੂਰੇ ਸਤਿਗੁਰੂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਆਉਣ ਤੋਂ ਬਿਨਾਂ ਨਾ ਜੰਮਣਾ ਮਰਨਾ ਖਤਮ ਨਹੀਂ ਹੋਵੇਗਾ। ਇਸ ਕਰਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾ। ਰਹਾਓ। ਓ ਜੋ ਭਰਮ ਭੁਲਾਵਾ ਕਹੀਅਤ, ਤਿਨ ਮੈਂ ਉਰਜਿਓ ਸਗਲ ਸੰਸਾਰਾ। ਇਹ ਮੋਹ ਕਰਕੇ ਭਰਮ ਦੇ ਵਿੱਚ ਪੈ ਗਿਆ। ਮੂੰਹ ਮਿੱਠਾ ਲੱਗਾ ਨਾ, ਮੋਹ ਕਰਕੇ ਭਰਮ 'ਚ ਪੈ ਗਿਆ। ਪਰਿਵਾਰ ਆਪਣਾ ਸਮਝਿਆ, ਜ਼ਮੀਨ ਜਾਇਦਾਦ ਧਨ ਦੌਲਤ ਕੋਠੀਆਂ ਕਾਰਾਂ ਆਪਣੇ ਸਮਝ ਲਿਆ। ਮੋਹ ਕਰਕੇ ਮੋਹ ਪਾ ਲਿਆ, ਭਰਮ ਵਿੱਚ ਪੈ ਗਿਆ। ਸੰਸਾਰ ਦੇ ਉੱਤੇ ਮੈਂ ਹਮੇਸ਼ਾ ਜੀਵਤ ਰਹਿਣਾ। ਚਲੋ ਇੱਕ ਗੱਲ ਤਾਂ ਇਹਨੂੰ ਚੇਤੇ ਤਾਂ ਹੈ ਵੀ ਮਰਨਾ, ਪਰ ਜਿੱਦਾਂ ਚੇਤੇ ਹੋਣੀ ਚਾਹੀਦੀ ਉੱਦਾਂ ਚੇਤੇ ਨਹੀਂ ਹੈ। ਅਗਰ ਉੱਦਾਂ ਚੇਤੇ ਹੋ ਜਾਵੇ ਤਾਂ ਇਹ ਜਿਹੜਾ ਆਪਾਂ ਨਾ ਆਉਣ ਵਾਲੇ 10 20 30 40 50 ਸਾਲ ਤਾਈਂ ਸੋਚ ਕੇ ਬੈਠੇ, ਪਲੈਨਿੰਗਾਂ ਕਰਕੇ ਬੈਠੇ ਹੋ। ਪਲੈਨਿੰਗ ਕਰੀਏ ਹੀ ਨਾ ਹੈ, ਬੜੀ ਪਲੈਨਿੰਗ ਕੀਤੀ ਹੁੰਦੀ ਹੈ। ਅੱਛਾ ਵੀ ਆਪ ਮਰ ਮੁੱਕ ਜਾਣਾ ਵੀ ਪਤਾ ਵੀ ਗਾਹਾਂ ਮੇਰੇ ਪੁੱਤ ਪੋਤੇ, ਉਹਨਾਂ ਦੀ ਪਲੈਨਿੰਗ ਕਰ ਲੈਂਦਾ ਬੰਦਾ। ਅਤੇ ਇਹਦਾ ਮਤਲਬ ਅਸੀਂ ਇਹ ਗੱਲ ਸਮਝੇ ਨਹੀਂ ਅਜੇ ਵੀ ਇਸ ਸੰਸਾਰ ਦੇ ਵਿੱਚ ਅਸੀਂ ਹਮੇਸ਼ਾ ਨਹੀਂ ਰਹਿਣ ਵਾਸਤੇ ਆਏ, ਸਮਝੇ ਨਹੀਂ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਗੱਲ ਦਾ ਜ਼ਿਕਰ ਕਰਦੇ ਨੇ। ਕਹਿੰਦੇ ਚਲੋ ਕਹਿਣ ਕਹਾਉਣ ਨੂੰ ਤਾਂ ਸਾਰੇ ਕਹੀ ਜਾਂਦੇ ਚੱਲ ਜਾਣਾ ਚੱਲ ਜਾਣਾ, ਪਰ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਨਾ ਅੰਦਰੋਂ, ਉਹ ਪਸਾਰਿਆਂ 'ਚ ਨਹੀਂ ਪੈਂਦੇ। ਉਹ ਕਿੱਥੇ ਪਸਾਰਿਆਂ 'ਚ ਪੈਂਦੇ ਨੇ। ਸੋ ਉਹ ਤਾਂ ਦੇਖਦੇ ਵੀ ਨਾਲ ਕਿਹੜੀ ਚੀਜ਼ ਜਾਣੀ ਆ, ਉਹ ਇਕੱਠੀ ਕਰਦੇ ਆ। ਕਿਉਂਕਿ ਦੁਨੀਆ ਦੀ ਕੋਈ ਵੀ ਦਾਤ ਨਾਲ ਨਹੀਂ ਜਾਂਦੀ ਹੈ, ਦੁਨੀਆ ਦੀ ਦੌਲਤ ਨਾਲ ਨਹੀਂ ਜਾਂਦੀ ਹੈ। ਨਾਮ ਧਨ ਜਾਂਦਾ ਬਸ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ,
ਚੱਲਣ ਸਾਰ ਨਾ ਜਾਣੀ ਕਾਰਜ ਸਵਾਰਨ ਹਾਰ। ਧੰਦਿਆਂ ਨੂੰ ਮੁਕਾਉਣਾ, ਆਹ ਵੀ ਮੁੱਕ ਜਵੇ, ਆਹ ਵੀ ਪੂਰਾ ਹੋ ਜਵੇ, ਆਹ ਵੀ ਕਰ ਲਵਾਂ, ਆਹ ਵੀ ਕਰ ਲਵਾਂ। ਜਿਨ੍ਹਾਂ ਨੇ ਚੱਲਣ ਜਾਣ ਲਿਆ ਉਹ ਧੰਦੇ ਵੀ ਕਰਦੇ ਨੇ, ਵੀ ਨਹੀਂ ਕਰਦੇ, ਪਰ ਵਿੱਚ ਫਸਦੇ ਨਹੀਂ ਹੈ, ਫਸਦੇ ਨੇ। ਉਹ ਜ਼ਿਆਦਾ ਬੰਦਗੀ ਦੇ ਉੱਤੇ ਜ਼ੋਰ ਦਿੰਦੇ ਨੇ ਵੀ ਇੱਕ ਨਾਮ ਧਨ ਹੈ, ਅਤੇ ਖੱਟ ਤਾਂ ਸਾਧ ਸੰਗਤ ਵਿੱਚ ਹੀ ਹੋਣਾ। ਸਤ ਸੰਗਤੀ ਸੰਗ ਹਰ ਧਨ ਖੱਟੀਏ। ਸੋ ਇਸ ਨਾਮ ਧਨ ਦੇ ਨੇ ਸਾਡਾ ਦਰਗਾਹ ਦੇ ਵਿੱਚੋਂ ਛੁਟਕਾਰਾ ਕਰਾਉਣਾ, ਜਮਦੂਤਾਂ ਦੀ ਮਾਰ ਤੋਂ ਬਚਾਉਣਾ। ਲੇਖੇ ਨਿਭਣਗੇ ਜਿਨ੍ਹਾਂ ਦੇ ਪੱਲੇ ਨਾਮ ਧਨ ਹੋਵੇਗਾ। ਨਾਮ ਧਨ ਨਹੀਂ ਹੈ, ਜਮ ਵੀ ਮਾਰ ਕਰੇ ਖੁਆਰ, ਅਤੇ ਦਰਗਾਹ ਵਿੱਚ ਲੇਖਾ ਵੀ ਨਹੀਂ ਨਿਬੜਦਾ। ਫਿਰ 84 ਦਾ ਗੇੜ ਚੱਲ ਪੈਂਦਾ ਹੈ। ਜਦ ਮਨੁੱਖਾ ਜਨਮ ਮਿਲੇ ਗਿਆ, ਜਿਸ ਸਰੀਰ ਨੂੰ ਦੇਵੀਆਂ ਅਤੇ ਦੇਵਤੇ ਵੀ ਤਰਸਦੇ ਪਏ ਨੇ, ਉਹ ਤੇਰੇ ਕੋਲ ਹੈ ਇਸ ਵੇਲੇ। ਉਹ ਮਨੁੱਖਾ ਦੇਹੀ ਤੇਰੇ ਕੋਲ ਹੈ। ਅਤੇ ਹੁਣ ਤੁਸੀਂ ਗੁਰੂ ਕੋਲੋਂ ਸਮਝ ਵੀ ਦੇਹੀ ਮਿਲੀ ਕਾਹਦੇ ਵਾਸਤੇ ਹੈ। ਜੇ ਕਹਿੰਦੇ ਵੀ ਵਿਕਾਰ ਭੋਗਣ ਲਈ, ਵਿਕਾਰ ਤਾਂ ਪਹਿਲੀਆਂ ਦੇਈਆਂ ਕਿੰਨੀਆਂ ਥੋੜ੍ਹੀਆਂ ਦੇਹਾਂ ਮਿਲੀਆਂ। ਜਿੰਨੇ ਪਸ਼ੂ ਪਕਸ਼ੀ ਆ ਉਹਨਾਂ 'ਚ ਵਿਕਾਰ ਖੁੱਲ੍ਹੇ ਭੋਗਦੇ ਪਏ ਨੇ। ਉਦੋਂ ਉਹ ਵਿਕਾਰ ਭੋਗਣ ਲਈ ਦੇਈਆਂ ਬਥੇਰੇ ਵਿਕਾਰ ਭੋਗ ਲਿਆ, ਤਾਂ ਬੰਦਗੀ ਵਾਸਤੇ ਹੈ। ਇਹ ਦੇਹੀ ਤਾਂ ਬੰਦਗੀ ਵਾਸਤੇ ਮਿਲੀ ਹੋਈ ਹੈ। ਵੀ ਬੰਦਗੀ ਕਰਨੀ, ਉਹਦੇ ਹੁਕਮ ਨੂੰ ਪਹਿਚਾਨਣਾ, ਉਹਦੇ ਹੁਕਮ ਨੂੰ ਸਮਝਣਾ, ਉਹਦੇ ਹੁਕਮ 'ਚ ਚੱਲਣਾ। ਇਸ ਕਰਕੇ ਦੇਹੀ ਮਿਲੀ ਹੈ। ਦੇਹੀ ਦਾ ਪ੍ਰਯੋਜਨ ਨਹੀਂ ਸਮਝ ਸਕਿਆ ਵੀ ਕਾਹਦੇ ਵਾਸਤੇ ਦੇਹੀ ਮਿਲੀ ਆ। ਹੁਣ ਜਿਸ ਕੰਮ ਲਈ ਰੱਬ ਨੇ ਦੇਹੀ ਦਿੱਤੀ, ਜੋ ਕੰਮ ਇਹਨੇ ਕੀਤਾ, ਮੁੜ ਕੇ ਸਹਿਜੇ ਕਿਤੇ ਦੇਹੀ ਨਹੀਂ ਮਿਲਦੀ। ਫਿਰ ਰੱਬ ਨੇ ਕਹਿਣਾ ਬੰਦੇ ਤੁਹਾਨੂੰ ਦੇਹੀ ਤਾਂ ਦਿੱਤੀ ਸੀ, ਕਿਹੜੇ ਮੂੰਹ ਨਾਲ ਮੰਗਾਂਗੇ ਦੇਹੀ। ਅਸੀਂ ਰੱਬ ਕੋਲੋਂ ਕਿਹੜੇ ਮੂੰਹ ਨਾਲ ਦੇਹੀ ਮੰਗਾਂਗੇ। ਉਹਨੂੰ ਕਹਿਣਾ ਦੇਹੀ ਤਾਂ ਦਿੱਤੀ ਤੈਨੂੰ ਫਲਾਣੇ ਜਨਮ 'ਚ, ਕੀ ਕੀਤਾ। ਸੋ ਕੀ ਕਰਦਾ ਤੂੰ ਪ੍ਰਾਣੀ, ਤੂੰ ਆਇਆ ਕਾਹਦੇ ਵਾਸਤੇ ਹੈ, ਕਿਹੜੇ ਕੰਮਾਂ 'ਚ ਲੱਗ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਕਿਉਂ ਭੁੱਲਿਆ ਹੋਇਆ। ਭਰਮ ਨੇ ਭੁਲਾ ਦਿੱਤਾ। ਭਰਮ ਜਿਹੜਾ ਮਰਜ਼ੀ ਪੈ ਗਿਆ, ਭਰਮ ਭੁਲਾਉਂਦਾ ਹੀ ਭੁਲਾਉਂਦਾ। ਭਰਮ ਕਦੀ ਸਿੱਧੇ ਰਾਸਤੇ 'ਤੇ ਪਾਉਂਦਾ ਬੰਦੇ ਨੂੰ, ਕਦੀ ਨਹੀਂ ਸਿੱਧੇ ਰਾਸਤੇ 'ਤੇ ਪਾਉਂਦਾ। ਭਰਮ ਜਦੋਂ ਪੈ ਜਾਂਦਾ, ਪਰਿਵਾਰਾਂ ਦੇ ਪਰਿਵਾਰ ਉਜੜ ਜਾਂਦੇ ਨੇ। ਜਦੋਂ ਭਰਮ ਪੈਂਦਾ, ਰਿਸ਼ਤੇਦਾਰੀਆਂ 'ਚ ਫਿੱਕ ਪੈ ਜਾਂਦਾ, ਸੱਜਣਾ ਮਿੱਤਰਾਂ 'ਚ ਫਿੱਕ ਪੈ ਜਾਂਦਾ, ਭਰਾ ਭਰਾ 'ਚ ਫਿੱਕ ਪੈ ਜਾਂਦਾ, ਨੂੰਹ ਸੱਸ 'ਚ ਫਿੱਕ ਪੈ ਜਾਂਦਾ ਹੈ, ਪਤੀ ਪਤਨੀ 'ਚ ਅਣਬਣ ਹੋ ਜਾਂਦੀ। ਭਰਮ ਐਸੀ ਚੀਜ਼ ਹੈ ਜੀ, ਭੁਲਾ ਦਿੰਦਾ ਬੰਦੇ ਨੂੰ। ਸੋ ਜੇ ਇਹ ਭਰਮ ਕਰ ਲਿਆ ਕਿ ਮੈਂ ਇਸ ਸੰਸਾਰ 'ਤੇ ਹਮੇਸ਼ਾ ਰਹਿਣਾ ਅਤੇ ਦਾਤਾਂ ਨੂੰ ਮੈਂ ਹੀ ਵਰਤਣਾ, ਮੌਤ ਦਾ ਕੋਈ ਚੇਤੇ ਨਹੀਂ, ਇਹ ਭਰਮ ਇਹਦੇ ਵਿੱਚ ਭੁੱਲੇਗਾ, ਫਿਰ ਰੱਬ ਨੂੰ ਭੁੱਲੇਗਾ। ਜੇ ਇਹ ਭਰਮ ਨਾ ਹੋਵੇ ਨਾ, ਜੀਣ ਦਾ ਭਰਮ ਨਹੀਂ ਚਾਹੀਦਾ ਸਾਨੂੰ। ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ। ਅਤੇ ਸਾਡੀ ਉਮਰ ਕਿੰਨੀ ਕੁ ਹੈ, ਪਾਣੀ ਦਾ ਜਿਵੇਂ ਬੁੱਧ ਵਧਾ ਹੁੰਦਾ। ਭਰਮ ਨਹੀਂ ਚਾਹੀਦਾ। ਭਰਮ ਜਿਹੜਾ ਕਰਨਾ, ਉਦੋਂ ਫਿਰ ਰੱਬ ਭੁੱਲਦਾ। ਅਗਰ ਮੌਤ ਚੇਤੇ ਹੈ, ਮੌਤ ਫਿਰ ਰੱਬ ਨੂੰ ਚੇਤੇ ਕਰਾਉਂਦੀ ਆ। ਮੌਤ ਦਾ ਇਹ ਬੜਾ ਫਾਇਦਾ। ਬਿਮਾਰੀ ਵੀ ਚੇਤੇ ਕਰਾਉਂਦੀ ਹੈ, ਦੁੱਖ ਚੇਤੇ ਕਰਾਉਂਦਾ ਹੀ ਆ। ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਕੋਈ ਬਿਪਤਾ ਪੈ ਜਾਵੇ ਉਦੋਂ ਵੀ ਰੱਬ ਚੇਤੇ ਆਉਂਦਾ। ਦੁੱਖ ਆ ਗਿਆ ਰੱਬ ਚੇਤੇ ਆਉਂਦਾ। ਮੌਤ ਨੇੜੇ ਆ ਗਈ ਰੱਬ ਚੇਤੇ ਆਉਂਦਾ। ਇਹ ਚੀਜ਼ਾਂ ਰੱਬ ਚੇਤੇ ਕਰਾਉਂਦੀਆਂ। ਸੁੱਖ ਜਿਹੜਾ ਆ ਸੋ ਉਹ ਰੱਬ ਨੂੰ ਭੁਲਾ ਦਿੰਦਾ। ਸੁੱਖ ਭੁਲਾ ਦਿੰਦਾ। ਸੁੱਖ ਨੂੰ ਰੋਗ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ। ਦੁੱਖ ਦਾਰੂ ਸੁੱਖ ਰੋਗ ਪਿਆ। ਕਿਉਂਕਿ ਜਾਂ ਸੁੱਖ ਤਾਮ ਨਾ ਹੋਈ। ਜਦੋਂ ਸੁਖੀ ਜੀਵਨ ਸੀ ਤੈਨੂੰ ਯਾਦ ਹੀ ਨਹੀਂ ਕਦੀ ਕੀਤਾ। ਭਰਮ ਵਿੱਚ ਪਿਆ ਹੋਇਆ ਬੰਦਾ ਭੁੱਲਦਾ। ਤਿੰਨ ਮੈਂ ਉਰਜਿਓ ਸਗਲ ਸੰਸਾਰ। ਇਕੱਲੀ ਮੇਰੀ ਗੱਲ ਨਹੀਂ, ਸਾਰੇ ਸੰਸਾਰ ਦਾ ਹੀ ਹਾਲ ਹੈ। ਸਾਰਾ ਸੰਸਾਰ ਭਰਮ ਵਿੱਚ ਭੁੱਲ ਗਿਆ। ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ। ਜਿਹੜਾ ਮਾਲਕ ਦਾ ਪੂਰਨ ਭਗਤ ਹੁੰਦਾ ਨਾ, ਮਾਲਕ ਦਾ ਭਗਤ। ਸੋ ਅਸੀਂ ਤਾਂ ਬੰਦਿਆਂ ਦੇ ਭਗਤ ਹੈ। ਸਾਡਾ ਸਿਸਟਮ ਜਿਹੜਾ ਹੈ, ਜਿੱਥੋਂ ਸਾਨੂੰ ਕੁਝ ਮਿਲਦਾ ਨਾ, ਅਸੀਂ ਉਹਦੀ ਜੀ ਹਜ਼ੂਰੀ ਕਰਾਂਗੇ, ਉਹਦਾ ਕਹਿਣਾ ਮੰਨਾਂਗੇ, ਉਹਦੇ ਭਗਤ ਬਣ ਜਾਂਦੇ ਹਾਂ। ਮਾਇਆ ਦੇ ਭਗਤ ਹੈ, ਬੰਦਿਆਂ ਦੇ ਭਗਤ ਹੈ, ਆਪਣੇ ਸੁੱਖਾਂ ਦੇ ਭਗਤਾਂ, ਲੋੜਾਂ ਦੇ ਭਗਤਾਂ। ਗੁਰੂ ਨਾਲ ਵੀ ਜੋੜਦੇ ਆ ਭਗਤ। ਲੋੜ ਨੇ ਜੋੜਿਆ, ਲੋੜ ਦੇ ਭਗਤ ਹੋਏ। ਫਿਰ
ਪੂਰਨ ਜਿਹੜਾ ਭਗਤ ਹੁੰਦਾ ਹੈ ਸਵਾਮੀ ਦਾ, ਜਿਹੜਾ ਉਹ ਤਾਂ ਸਾਰੇ ਪਾਸੇ ਤੋਂ ਨਿਆਰਾ ਹੋ ਜਾਂਦਾ ਹੈ। ਉਹ ਕਹਿੰਦਾ ਚਾਹੀਦਾ ਹੀ ਕੁਝ ਨਹੀਂ। ਬਹੁਤ ਘੱਟ ਹੁੰਦੇ ਨੇ ਅਸੀਂ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਨਹੀਂ ਜੀ ਚਾਹੀਦਾ ਨਹੀਂ ਕੁਝ ਨਹੀਂ ਬਸ। ਸੋ ਜੇ ਚਾਹੀਦਾ ਤਾਂ ਇੱਕ ਤੇਰਾ ਪਿਆਰ ਚਾਹੀਦਾ ਬਸ, ਬਾਣੀ ਚਾਹੀਦੀ ਹੈ, ਬਾਣੀ ਤੋਂ ਬਿਨਾਂ ਕੁਝ ਨਹੀਂ ਚਾਹੀਦਾ। ਉਹ ਆ ਪੂਰਨ ਭਗਤ। ਹੁਣ ਸਾਡੇ ਵਰਗੇ ਜੇ ਆਪਣੀ ਲੋੜ ਨੂੰ ਲੈ ਕੇ ਮੁੱਖ ਰੱਖ ਕੇ ਬਾਣੀ ਪੜ੍ਹਦੇ ਹਾਂ, ਅਸੀਂ ਪੂਰਨ ਭਗਤ ਨਹੀਂ ਹੋ ਸਕਦੇ। ਠੀਕ ਹੈ, ਮਹਾਰਾਜ ਦੇ ਪਾਸੇ ਚੱਲ ਪਏ ਹਾਂ, ਕੋਈ ਚੰਗਾ ਕਰਮ ਆ ਗਿਆ, ਪਰ ਮੁਖੀ ਤਾਂ ਲੋੜ ਹੈ ਨਾ, ਦਾਤ ਹੈ, ਫਿਰ ਪੂਰਨ ਭਗਤ ਨਹੀਂ ਹੈ। ਪੂਰਨ ਭਗਤ ਹੁੰਦਾ ਆ ਜਿਹੜਾ ਸਰਬ ਥੋਕ 'ਤੇ ਨਿਆਰਾ, ਉਹ ਸਭ ਪਾਸੇ ਤੋਂ ਨਿਆਰਾ, ਨਾ ਦੁੱਖ ਤੋਂ ਵੀ ਨਿਆਰਾ, ਸੁੱਖ ਤੋਂ ਵੀ ਨਿਆਰਾ, ਮਾਨ ਤੋਂ ਵੀ ਨਿਆਰਾ, ਅਪਮਾਨ ਤੋਂ ਵੀ ਨਿਆਰਾ। ਸੋ ਅਮੀਰੀ ਤੋਂ ਨਿਆਰਾ, ਗਰੀਬੀ ਤੋਂ ਨਿਆਰਾ, ਉਹ ਨਿਆਰਾ ਹੋ ਜਾਂਦਾ ਹੈ। ਬਿਨਾਂ ਚਾਹਤ ਤੋਂ ਬੰਦਗੀ ਕਰਨੇ ਵਾਲੇ ਨੂੰ ਪੂਰਨ ਭਗਤ ਕਿਹਾ ਜਾਂਦਾ ਵੀ ਬਿਨਾਂ ਚਾਹਤ, ਭਾਵ ਦੁਨਿਆਵੀ ਪਦਾਰਥਾਂ ਦੀ ਚਾਹਤ, ਜਿਹਨੂੰ ਨਿਰਵਾਣ ਕੀਰਤਨ ਕਹਿ ਦਿੱਤਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਵਾਸ਼ਨਾ ਤੋਂ ਰਹਿਤ ਕੀਤੀ ਹੋਈ ਉਸਤਤੀ। ਸੋ ਉਹਨੂੰ ਕਹਿੰਦੇ ਨੇ ਪੂਰਨ ਭਗਤ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨੰਦੋ ਨਾਹੀ ਕਾਹੂ ਬਾਤੈ, ਇਹ ਖਸਮ ਕਾ ਕੀਆ। ਇਹ ਪੂਰਨ ਭਗਤ ਦੀ ਨਿਸ਼ਾਨੀ ਹੈ। ਉਹ ਨਾ ਕਿਸੇ ਵੀ ਗੱਲ ਦੀ ਨਿੰਦਿਆ ਨਹੀਂ ਕਰਦਾ, ਕਿਸੇ ਬੰਦੇ ਦੀ ਨਿੰਦਿਆ ਨਹੀਂ ਕਰੂ, ਕਿਸੇ ਦੇ ਕੰਮ ਦੀ ਨਿੰਦਿਆ ਨਾ ਕਰੂ। ਕਹਿੰਦੇ ਇਹਨੂੰ ਵੀ ਤਾਂ ਖਸਮ ਨਹੀਂ ਬਣਾਇਆ। ਇਹਦਾ ਮਤਲਬ ਵੀ ਖਸਮ ਭੁੱਲ ਗਿਆ, ਮਾਲਕ ਭੁੱਲ ਗਿਆ। ਇਸ ਮਨੁੱਖ ਨੂੰ ਖਸਮ ਨੇ ਬਣਾਇਆ। ਇਹ ਜੋ ਕੰਮ ਕਰਦਾ ਖਸਮ ਇਹ ਤੋਂ ਕਰਾਉਂਦਾ ਪਿਆ, ਅਤੇ ਕਾਹਦੀ ਨਿੰਦਿਆ? ਉਹ ਨਿੰਦਿਆ ਹੀ ਨਹੀਂ ਕਰਦਾ। ਇਹ ਪੂਰਨ ਭਗਤ ਦੀ ਨਿਸ਼ਾਨੀ ਹੁੰਦੀ ਹੈ। ਅਸੀਂ ਤਾਂ ਮਿੰਟ ਲਾਉਂਦੇ, ਨਾਲ ਹੀ ਗੁਰਬਾਣੀ ਦੀ ਤੁਕ ਮੂਹਰੇ ਰੱਖਦੇ ਨੇ। ਬਾਣੀ ਤਾਂ ਇੱਦਾਂ ਕਹਿੰਦੀ ਤੂੰ ਆਹ ਕੰਮ ਕਰਨ ਡਿਆ, ਸਾਡਾ ਆਹ ਕੰਮ ਹੈ। ਇਹ ਇਸ ਕਰਕੇ ਬਹੁਤ ਪਿੱਛੇ ਰਹਿ ਜਾਈਦਾ। ਉਮਰ ਤਾਂ ਨਿਕਲਦੀ ਜਾ ਰਹੀ ਹੈ। ਸੋ ਬਚਪਨ ਤੋਂ ਜਵਾਨੀ, ਜਵਾਨੀ ਵੀ ਤੋਂ ਵਡੇਪਾ ਆ ਗਿਆ, ਅਸੀਂ ਬਹੁਤ ਪਿੱਛੇ ਰਹਿ ਗਏ। ਜਿਉਂ ਜਿਉਂ ਉਮਰ ਵੱਧਦੀ ਅਸੀਂ ਪਿੱਛੇ ਰਹੀ ਜਾਂਦੇ। ਚਲੋ ਉਮਰ ਦੇ ਹਿਸਾਬ ਦੇ ਨਾਲ ਹੀ ਬੰਦਾ ਵਧੀ ਜਾਵੇ ਨਾ। ਜਿੱਦਾਂ ਉਮਰ ਜਦੋਂ ਵੱਡੀ ਹੋ ਗਈ, ਸਿਆਣਾ ਹੋ ਗਿਆ, ਅਤੇ ਉਦੋਂ ਹੀ ਅਵਸਥਾ ਬਣ ਜਾਵੇ। ਅਸੀਂ ਤਾਂ ਹੋਰ ਪਿੱਛੇ ਨੂੰ ਬੈਗਰ ਸਾਡੇ ਲੱਗੇ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਵੀ ਰੱਬ ਦਾ ਪਿਆਰਾ ਨਹੀਂ ਨਿੰਦਦਾ। ਕਹਿੰਦੇ ਮੇਰੇ ਖਸਮ ਨੇ ਕੀਤਾ ਹੋਇਆ, ਮੈਂ ਕਿਉਂ ਨਿੰਦਾ ਕਰਾਂ? ਜੇ ਨਿੰਦਾ ਕਰਾਂਗਾ ਤਾਂ ਖਸਮ ਭੁੱਲ ਗਿਆ, ਮਾਲਕ ਨੇ ਗਲਤ ਕਰਤਾ। ਨਹੀਂ, ਕਹਿੰਦੇ ਉਹਨੇ ਸਹੀ ਕੀਤਾ। ਜਾ ਕਉ ਕਿਰਪਾ ਕਰੀ ਪ੍ਰਭ ਮੇਰਾ, ਮਿਲ ਸਾਧ ਸੰਗਤ ਨਾਉ ਲੀਆ। ਹੁਣ ਜਿਹਦੇ 'ਤੇ ਅਕਾਲ ਪੁਰਖ ਕਿਰਪਾ ਕਰਦਾ ਆ, ਉਹ ਸਾਧ ਸੰਗਤ ਵਿੱਚ ਮਿਲ ਕੇ ਕਰਤੇ ਪੁਰਖ ਦਾ ਨਾਮ ਜਪਦਾ। ਸਾਧ ਸੰਗਤ ਵਿੱਚ ਆਉਣਾ ਉਹਦੀ ਕਿਰਪਾ, ਰਹਿਮਤ ਹੈ। ਹੁਣ ਸਾਧ ਸੰਗਤ ਵਿੱਚ ਆ ਕੇ ਕੀਤਾ ਕੀ? ਸੰਗਤ ਵਿੱਚ ਆ ਕੇ ਸੋ ਜੇ ਬਸ ਗਲਤੀਆਂ ਕੱਢਦੇ ਗਏ, ਆਹ ਹੋਣਾ ਚਾਹੀਦਾ ਸੀ, ਆਹ ਨਹੀਂ ਹੋਇਆ, ਆਹ ਹੋ ਗਿਆ, ਆਹ ਹੋ ਗਿਆ, ਕੱਖ ਨਹੀਂ ਬੋਲੇ ਪੈਂਦਾ। ਇਹ ਤਾਂ ਜਿੱਦਾਂ ਤੀਰਥਾਂ 'ਤੇ ਚਲ ਗਏ, ਜਿੱਦਾਂ ਕਬੀਰ ਸਾਹਿਬ ਜੀ ਕਹਿੰਦੇ ਇੱਕ ਪਉ ਲੱਥੀ ਨਹਾਤਿਆ, ਦੋਏ ਭਾ ਚੜ੍ਹੀਏ ਸਹੋਰ। ਤੀਰਥ ਜਾਓ ਤਾਂ ਹਾਂ ਕਰਤੇ। ਸੋ ਆਪਾਂ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਤਾਂ ਕਹਿ ਦਿੰਦੇ ਨਾ ਵੀ ਤੀਰਥਾਂ 'ਤੇ ਜਾਣ ਦਾ ਕੀ ਫਾਇਦਾ? ਹੰਕਾਰ ਆ ਗਿਆ, ਉੱਥੇ ਜਾ ਕੇ ਜੇ ਪਾਪ ਲੈਥੇ ਵੀ ਤਾਂ ਇੱਕ ਲੱਥਾ ਦੋ ਚਾੜ ਲੈ, ਕੋਈ ਲੋੜ ਨਹੀਂ ਤੀਰਥਾਂ 'ਤੇ ਜਾਣ ਦੀ। ਅਤੇ ਸਾਧ ਸੰਗਤ ਤੋਂ ਵੱਡਾ ਤੀਰਥ ਵੀ ਕੋਈ ਨਹੀਂ। ਫਿਰ ਸਭ ਤੋਂ ਵੱਡਾ ਤੀਰਥ ਸਾਧ ਸੰਗਤ। ਸਾਧ ਸੰਗਤ ਵਿੱਚ ਆਣ ਕੇ ਜੇ ਸੋ ਕਮੀਆਂ ਹੀ ਲੱਭੀਆਂ, ਕਮੀਆਂ ਹੀ ਲੱਭੀਆਂ, ਅਤੇ ਪੂਰਬਲਾ ਕਰਮ ਤਾਂ ਪ੍ਰਗਟ ਹੋਇਆ ਵੀ ਸੰਗਤ ਵਿੱਚ ਆਉਣਾ ਨਸੀਬ ਹੋਇਆ। ਪਰ ਲੱਭੀਆਂ ਹੀ ਕਮੀਆਂ ਨਾ ਜੇ, ਪੱਲੇ ਕੁਝ ਨਹੀਂ ਪਿਆ। ਫਿਰ ਸਹੀਓ ਦੇਖਿਆ, ਜਾਂ ਪ੍ਰਬੰਧ 'ਚ ਨੁਕਸਿਆ, ਜਾਂ ਰਾਗੀਆਂ 'ਚ, ਜਾਂ ਗ੍ਰੰਥੀਆਂ 'ਚ, ਸੇਵਾਦਾਰਾਂ 'ਚ ਕੋਈ ਨਾ ਕੋਈ ਨੁਕਸ ਕੱਢੀ ਜਾਣਾ, ਅਤੇ ਫਿਰ ਪੱਲੇ ਕੁਝ ਨਹੀਂ ਪੈਂਦਾ ਜੀ। ਫਾਇਦਾ ਕੀ ਹੋਇਆ? ਸਾਧ ਸੰਗਤ ਵਿੱਚ ਆਏ ਹੈ, ਮਹਾਰਾਜ ਦੀ ਕਿਰਪਾ ਹੋਈ ਹੈ, ਅਤੇ ਹੁਣ ਨਾਮ ਜਪੀਏ। ਅਤੇ ਕਿਤੇ ਥੋੜ੍ਹਾ ਜਿਹਾ ਵੀ ਧਿਆਨ ਨਾ ਬਾਣੀ ਪੜ੍ਹਨ ਵਾਲੇ ਪਾਸੇ ਲਾ ਲਈਏ, ਥੋੜ੍ਹਾ ਜਿਹਾ ਵੀ, ਹੈਰਾਨਗੀ ਹੁੰਦੀ ਹੈ ਵੀ ਇੰਨਾ ਆਨੰਦ ਬਣਦਾ ਹੈ ਵੀ ਇੰਨਾ ਆਨੰਦ ਕਦੀ ਬਣਿਆ ਹੀ ਨਹੀਂ ਸੀ। ਕਿਉਂਕਿ ਕਿਰਪਾ ਹੋਈ ਹੈ, ਤੈਨੂੰ ਸੱਦਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਤੈਨੂੰ ਸੱਦਿਆ ਮਹਾਰਾਜ ਨੇ। ਹੁਣ ਚਲੋ ਦੁੱਖ ਕਰਕੇ ਵੀ ਬੰਦਾ ਸੰਗਤ ਵਿੱਚ ਆਉਂਦਾ, ਮਹਾਰਾਜ ਨੇ
ਦੁੱਖ ਨੂੰ ਹੁਕਮ ਕਰ ਦਿੱਤਾ ਵੀ ਇਹਨੂੰ ਸੱਦ ਕੇ ਲਿਆ। ਦੁੱਖ ਕਰਕੇ ਵੀ ਆਇਆ, ਤੂੰ ਬਾਣੀ ਨਾਲ ਚਿੱਤ ਤਾਂ ਲਾ, ਜਿਸ ਕਰਕੇ ਤੈਨੂੰ ਗੁਰੂ ਨੇ ਸੱਦਿਆ ਉਹ ਕੰਮ ਤਾਂ ਕਰ। ਉਹ ਕਰਦਾ ਨਹੀਂ, ਉਹ ਨਹੀਂ ਇਹ ਕਰਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹੁਣ ਸੰਗਤ ਵਿੱਚ ਆਇਆ, ਕਿਰਪਾ ਹੋਈ ਹੈ, ਅਤੇ ਹੁਣ ਸਾਧ ਸੰਗਤ ਦੇ ਨਾਲ ਮਿਲ ਕੇ ਨਾਉ ਲੀਆ, ਨਾਮ ਜਪ, ਨਾਮ ਲੈ ਲਾ, ਮਿਲ ਜਾਣਾ ਤੈਨੂੰ। ਮਹਾਰਾਜ ਨੇ ਸੱਦਿਆ ਇਸੇ ਕਰਕੇ, ਜੇ ਤੂੰ ਮੰਗਦਾ ਹੀ ਨਹੀਂ। ਸੱਦਿਆ ਤਾਂ ਤੈਨੂੰ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ, ਪਰ ਤੂੰ ਮੰਗਦਾ ਹੀ ਨਹੀਂ। ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤੇ ਉਧਾਰਾ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਸਤਿਗੁਰੂ ਨੂੰ ਕਹਿ ਦਿੱਤਾ ਇਹੀਓ ਰੱਬ ਹੈ। ਜਿਹਦੇ ਕੋਲ ਆਪਾਂ ਆਉਂਦੇ ਹਾਂ ਨਾ, ਧੰਨ ਗੁਰੂ ਗ੍ਰੰਥ ਸਾਹਿਬ ਵੀ ਇਹੀਓ ਰੱਬ ਹੈ। ਕਹਿੰਦੇ ਸਭਨਾ ਕਰਤੇ ਉਧਾਰਾ। ਉਪਦੇਸ਼ ਸਾਰਿਆਂ ਨੂੰ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ। ਉਪਦੇਸ਼ ਨਾਲ ਹੀ ਉਧਾਰ ਹੋਣਾ, ਜਿਹੜਾ ਮਰਜ਼ੀ ਆ ਜਾਵੇ ਸਭਨਾਂ ਨੂੰ ਸਾਂਝਾ ਉਪਦੇਸ਼ ਛੱਟਾ ਦਿੰਦੇ ਨੇ। ਕਹਿੰਦੇ ਲਓ ਜਿਹੜਾ ਮਰਜ਼ੀ ਮੰਨ ਲਓ, ਜਿਸ ਨੇ ਉਪਦੇਸ਼ ਗ੍ਰਹਿਣ ਕਰ ਲਿਆ ਉਹਦਾ ਪਾਰ ਉਤਾਰਾ। ਕਹੋ ਨਾਨਕ ਗੁਰ ਬਿਨ ਨਹੀਂ ਤਰੀਐ, ਇਹ ਪੂਰਨ ਤਤ ਵਿਚਾਰਾ। ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਸੋ ਵਿਚਾਰ ਕੇ ਤੱਤ ਦੀ ਗੱਲ ਅਸੀਂ ਤੁਹਾਡੇ ਨਾਲ ਕਰਦੇ, ਨਿਚੋੜ ਵਿਚਾਰ ਕੇ ਨਿਚੋੜ ਕੱਢ ਕੇ ਰੱਖ ਦਿੱਤਾ। ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਕੋਈ ਤਰਿਆ, ਗੁਰੂ ਤੋਂ ਬਿਨਾਂ ਨਹੀਂ ਤਰਨਾ ਕਿਸੇ ਨੇ, ਗੁਰਬਾਣੀ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੋਣਾ। ਇਹ ਕਲਯੁੱਗ ਦੇ ਵਿੱਚ ਇਸ ਵੇਲੇ ਰਾਜ ਬਾਬੇ ਨਾਨਕ ਦਾ, ਬਾਬੇ ਨਾਨਕ ਤੋਂ ਬਿਨਾਂ ਨਹੀਂ, ਗੁਰਬਾਣੀ ਤੋਂ ਬਿਨਾਂ ਨਹੀਂ ਕਹਿੰਦੇ ਕਿਸੇ ਦਾ ਪਾਰ ਉਤਾਰਾ ਹੋ ਸਕਦਾ। ਮਹਾਰਾਜ ਜੀ ਕਹਿ ਰਹੇ ਸਤਿਗੁਰਾਂ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਆ। ਮਹਾਰਾਜ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖੇਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ, ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਹੋਤਾ ਗਾਵੋ ਹਰੀ ਕੇਰਾ, ਵਨ ਜਿਹਦੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋਂ ਕਰੇ ਤੇਰਾ ਕਾਰਨ ਸਭ ਸਵਾਰਣਾ। ਸਭਨਾ ਗੱਲਾਂ ਸਿਮਰਾ ਸੁਆਮੀ, ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਾਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਨਾਨਕ ਦਾਸ ਸਦਾ
ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਤੇ ਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਤਿ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰ ਥਿਆਰੇ ਆਏ ਦੇਖ ਦੇਖ ਫਤਿਹ ਗੁਰਤ ਕੀ ਪੈਟ ਪੰਥ ਕੀ ਸਾਹਿਬ ਦੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ਣ ਕੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੁੰਗੇ ਜੁਗੋ ਜੁਗ ਹਟਾ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰੱਖਿਆ ਵਾਹਿਗੁਰੂ। ਇਹ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਮਿਹਰ ਕਿਰਪਾ ਹੋਈ ਬਦ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨ ਨਿਤਨੇਮ ਦੀਆਂ ਬਾਣੀਆਂ ਤੇ ਜਾਪ ਹੋਵੇ ਸੱਚ ਦੀ ਵਾਰ ਦੀ ਕੀਰਤਨ ਸ਼ਬਦ ਦੀ ਵਿਚਾਰਨਾ ਸਾਹਿਬ ਦੀ ਛੇ ਪੌੜੀਆਂ ਤੇ ਜਾਪ ਹੋਵੇ ਭੁੱਲਾਂ ਦੀ ਖਿਮਾ ਕਰਨੀ ਬਾਣੀ ਦਾ ਮਹੱਤਮਈਆਂ ਸੰਗਤਾਂ ਨੂੰ ਬਖਸ਼ਣਾ ਤੇ ਅਰਬਲ ਹਾਜ਼ਰ ਦਰ ਪ੍ਰਵਾਨ ਕਰਨਾ ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਅਨੁਸਾਰ ਪੂਰੀਆਂ ਕਰਨਾ ਬਖਸ਼ੀਆਂ ਦਾਤਾਂ ਚੋਪੜਾ ਪ੍ਰਸ਼ਾਦੀਆਂ ਦੀ ਗਾਹਾਂ ਜਰਨੀ ਕਰੀ ਪਾਵਸਾ ਸੋਚ ਕੇ ਉਤਰਾਉਣ ਨਾਲ ਭੋਗ ਕਰਵਾਏ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਦੀ ਸ਼ਕੇ ਆਪ ਜੀ ਦਾ ਨਾਮ ਜਪੇ ਪਾਵਨ ਕੋ ਬਖਸ਼ੋ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮਿਲਣੇ ਜਨਾਬ ਦੇ ਨਾਮ ਚਿਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਕੋਈ ਕਾਲ ਕੀ ਕਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪੜ ਗੁਰੂ ਕੀ ਦੇ ਜੋ ਕਰ ਕੋ ਬੋਲੋ ਬਚਾ ਹੈ ਹੋਇ ਸਭ ਮੈਂ ਦੇ ਰਾਜਪੁਰੀ ਕਾ ਖਾਲਸਾ ਕੀ ਰਾਜੇ ਵਾਰ ਹੋਏ ਸਭ ਲਾਗੇ ਮਤੇ ਸਮਝੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਖਰੇ ਪਾਰ ਗੁਰ ਪਾਰ ਉਤਾਰਨ ਹਾਰ ਗਾ ਜਾ ਕੀ ਹਾਥ ਮੈਂ ਕਰਗੀ ਸੋਏ ਸੀਸ ਹਮਰੀ ਰਛਿਆ ਕਰੇ ਗੁਰ ਕਰਗੀ ਤਰ ਜਗਦੀਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਸੋ ਕਉ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੀਆਂ ਗੁਰੂ ਕਾ ਜਨਮ ਮਰਨ ਦੁਖ ਜਾਏ ਹੂੰ ਐ ਸਿਫਤ ਖਸਮੁੰਦੀ ਨੂਰ ਅਰਸੋਂ ਕੁਰਸੋਂ ਚਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ। ਤਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ। ਜਿਉ ਕੀ ਕਹਿ ਪਹਿਮਾਨੀ ਆਵਰ ਜਤਨ ਕਰ ਰਹਿ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਡਿੱਗੈ ਨ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਹੋਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ। अलंकार मिल थैली हुई है ताते कनक बखानी। प्रगटे जोत सहज सुख शोभा बाजे अनहत बानी। कहो नानक नेह चल कर बधियो गुर कीओ बंधानी। प्रगटे जोत सहज सुख शोभा बाजे अनहत बानी।
ਕਹੁ ਨਾਨਕ ਨਿਹਚਲ ਕਰ ਬਾਧਿਓ ਗੁਰ ਕੀਓ ਵੰਦਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।